ਬਰਾੜ इस शख्स ਨੂੰ ਤੁਸੀਂ ਚੰਗੀ ਤਰ੍ਹਾਂ ਜਾਣ ਚੁੱਕੇ ਹੋਗੇ क्योंकि ये तस्वीर ਅਸੀਂ ਲਗਾਤਾਰ ਦਿਖਾਉਂਦੇ ਰਹੇ ਹਾਂ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਤਸਵੀਰ ਚਰਚਾ ਦੇ ਵਿੱਚ ਆਈ ਸੀ, ਇਹ ਸ਼ਖਸ ਚਰਚਾ ਦੇ ਵਿੱਚ ਆਇਆ ਤੇ ਹੁਣ ਇਸ ਸ਼ਖਸ ਦੇ ਜਿਹੜੇ ਦੋ ਨਿਸ਼ਾਨੇ ਤੇ ਇੱਕ ਚਾਲ, ਦੋ ਨਿਸ਼ਾਨੇ ਤੇ ਇੱਕ ਚਾਲ ਕੀ ਸੀ, ਇਸ ਦੀ ਇੱਕ ਇੱਕ ਪਰਤ ਖੋਲਾਂਗੇ। ਇਸ ਦੀ ਇੱਕ ਇੱਕ ਖਬਰ, ਇੱਕ ਇੱਕ ਗੱਲ ਜਿਹੜਾ ਹੈਗਾ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਇਸਨੇ ਦੋ ਨਿਸ਼ਾਨੇ ਇੱਕੋ ਚਾਲ ਦੇ ਨਾਲ ਚਲੇ ਨੇ। ਇੱਕ ਚਾਲ ਚਲੀ ਔਰ ਦੋ ਨਿਸ਼ਾਨੇ ਸਾਧੇ ਨੇ। ਇਹ ਇੱਕ ਇੱਕ ਤਫਸੀਲ ਇਸ ਦੀ ਤੁਹਾਨੂੰ ਦੱਸਾਂਗੇ, ਪਰ ਉਸ ਤੋਂ ਪਹਿਲਾਂ ਇਹ ਸਭ ਕੁਝ ਦੱਸਾਂਗੇ, ਪਰ ਉਸ ਤੋਂ ਪਹਿਲਾਂ डेरा प्रेमी दे कतलकांड के नाल जुड़ियां कुछ अहम खबरां तुहानूं दसदे हां। ब्रेकिंग न्यूज़ इस वेले दसदे हां इस वेले दी डेरा प्रेमी कतलकांड ते जिहड़ी वड्डी खबर सामने आई है, शूटरां नूं कोटकपूरा दे विच हथियार दिते गए सन। सूत्रां दे हवाले तो जानकारी मिल रही है कतल तो एक दिन पहला शख्स ने हथियार दिते ते बाइक ते खाली हाथ कोटकपूरा दाखिल होए सन शूटर, यानी शूटर खाली हाथ दाखिल होंदे ने, कोटकपूरा विच हथियार मिलदे ने और वारदात तो बाद गोल्डी बराड़ दे कहण ते पंजाब दे विच ही रुके रहे। गोल्डी ने ही शूटरां नूं पटियाला विच ठहरन लई कहा सीगा, रुकण लई कहा सी। सूत्रां दे हवाले तो यह जानकारी आ रही है। डेरा प्रेमी दे कतलकांड ते इस वेले दी सब तो वड्डी खबर तुहानूं दस रहे हां। शूटर जिहड़े सीगे खाली हाथ आए सीगे कोटकपूरा दे विच ते उन्हां नूं हथियार जिहड़े हैगे ओह कोटकपूरा विच ही मुहैया कराए गए। सूत्रां दे हवाले तो यह जानकारी मिल रही है ते इस सब दे विचाले जिहड़ा हैगा ਜਿਹੜਾ ਗੋਲਡੀ ਬਰਾੜ ਸੀ, ਗੋਲਡੀ ਬਰਾੜ ਉਹਨਾਂ ਨੂੰ ਇਨਸਟਰਕਸ਼ਨ ਦੇ ਰਿਹਾ ਸੀ ਔਰ ਗੋਲਡੀ ਬਰਾੜ ਦੇ ਕਹਿਣ ਤੇ ਹੀ ਉਹ ਪੰਜਾਬ ਦੇ ਵਿੱਚ ਰੁਕੇ। ਪਟਿਆਲਾ ਦੇ ਵਿੱਚ ਰੁਕਦੇ ਨੇ ਤਾਂ ਗੋਲਡੀ ਬਰਾੜ ਦੇ ਕਹਿਣ ਤੇ ਰੁਕਦੇ ਨੇ। ਆਪਣੇ ਆਪ ਵਿੱਚ ਇੱਕ ਵੱਡਾ ਖੁਲਾਸਾ ਇਸ ਪੂਰੇ ਕਤਲकांड ਨੂੰ ਲੈ ਕੇ, ਡੇਰਾ ਪ੍ਰੇਮੀ ਦੇ ਕਤਲकांड ਨੂੰ ਲੈ ਕੇ ਇਹ ਵੱਡਾ ਖੁਲਾਸਾ ਹੈ ਇਸ ਵੇਲੇ। ਸਭ ਤੋਂ ਵੱਡੀ ਗੱਲ, ਡੇਰਾ ਪ੍ਰੇਮੀ ਦੇ ਕਤਲकांड ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਨੇ, ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ, ਲਗਾਤਾਰ ਅਪਡੇਟਸ ਜਿਹੜਾ ਹੈਗਾ ਉਹ ਸਾਹਮਣੇ ਆ ਰਹੇ ਨੇ ਤੇ ਅਪਡੇਟਸ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਹਥਿਆਰ ਜਿਹੜੇ ਹੈਗੇ ਹੈ ਉਹ ਹਥਿਆਰ ਕੋਟਕਪੂਰਾ ਦੇ ਵਿੱਚ ਮੁਹੱਈਆ ਕਰਾਏ ਗਏ ਸਨ। ਕੋਟਕਪੂਰਾ ਦੇ ਵਿੱਚ ਹੀ ਉਹ ਹਥਿਆਰ ਦਿੱਤੇ ਗਏ ਸਨ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ, ਕੋਟਕਪੂਰਾ ਤੋਂ ਖਾਲੀ ਹੱਥ ਸ਼ੂਟਰ ਆਉਂਦੇ ਨੇ, ਕੋਟਕਪੂਰਾ ਦੇ ਵਿੱਚ ਉਹਨਾਂ ਨੂੰ ਹਥਿਆਰ ਦਿੱਤੇ ਜਾਂਦੇ ਨੇ, ਹਥਿਆਰਾਂ ਦੇ ਨਾਲ ਉਹ ਕਤਲ ਕਰਦੇ ਨੇ, ਕਤਲ ਕਰਕੇ ਉਹ ਫਰਾਰ ਹੁੰਦੇ ਨੇ। ਫਰਾਰ ਹੋਣ ਤੋਂ ਬਾਅਦ ਪਟਿਆਲਾ ਦੇ ਵਿੱਚ ਜਾ ਕੇ ਰੁਕਦੇ ਨੇ ਔਰ ਇਹ ਸਾਰੀ ਕਹਾਣੀ ਦੇ ਪਿੱਛੇ ਡਾਇਰੈਕਟਰ ਕੌਣ ਹੈ? ਡਾਇਰੈਕਟਰ ਹੈ ਡਾਕਟਰ। ਡਾਕਟਰ ਕਿਉਂ ਕਹਿ ਰਹੇ ਹਾਂ ਅਸੀਂ? ਸਿੱਧੂ ਮੂਸੇਵਾਲਾ ਦਾ ਕਤਲकांड ਹੋਇਆ ਤਾਂ ਕੋਡ ਨੇਮ ਸੀ ਡਾਕਟਰ। ਡਾਕਟਰ ਸਾਹਿਬ ਕੰਮ ਹੋ ਗਿਆ। ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਾਤਲਾਂ ਨੇ ਬਾਕਾਇਦਾ ਫੋਨ ਕਾਲ ਦੇ ਰਾਹੀਂ ਇਹ ਦੱਸਿਆ ਸੀ, ਕਾਲ ਕਰਕੇ ਦੱਸਿਆ ਸੀ ਕਿ ਡਾਕਟਰ ਸਾਹਿਬ ਕੰਮ ਹੋ ਗਿਆ। ਕੋਟਕਪੂਰਾ ਦੇ ਵਿੱਚ ਉਹ ਡਾਕਟਰ ਜਿਹੜਾ ਸੀ ਉਹ ਡਾਇਰੈਕਟਰ ਬਣ ਗਿਆ। ਕੋਟਕਪੂਰਾ ਦੇ ਵਿੱਚ ਡੇਰਾ ਪ੍ਰੇਮੀ ਦਾ ਕਤਲ ਹੁੰਦਾ ਪ੍ਰਦੀਪ ਸਿੰਘ ਰਾਜੂ ਦਾ ਤੇ ਡਾਕਟਰ ਦੀ ਭੂਮਿਕਾ ਵਾਲਾ ਸ਼ਖਸ ਗੋਲਡੀ ਬਰਾੜ ਇੱਥੇ ਡਾਇਰੈਕਟਰ ਬਣ ਜਾਂਦਾ। ਉਹ ਡਾਇਰੈਕਟਰ ਬਣ ਕੇ ਉਹ ਡਾਇਰੈਕਟ ਕਰਦਾ ਹੈ ਕਿ ਕਤਲ ਕਰਨ ਤੋਂ ਬਾਅਦ ਤੁਸੀਂ ਪਟਿਆਲਾ ਜਾ ਕੇ ਰੁਕਣਾ ਹੈ। ਸਭ ਤੋਂ ਵੱਡਾ ਖੁਲਾਸਾ ਇਹ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਸ਼ਖਸ ਨੇ ਹਥਿਆਰ ਦਿੱਤੇ ਕੋਟਕਪੂਰਾ ਦੇ ਵਿੱਚ, ਬਾਈਕ ਤੇ ਖਾਲੀ ਹੱਥ ਕੋਟਕਪੂਰਾ ਦਾਖਲ ਹੋਏ ਸੀ ਸ਼ੂਟਰ। ਯਾਨੀ ਜੇਕਰ ਪੁਲਿਸ ਨਾਕੇਬੰਦੀ ਵੀ ਕਰ ਰਵੇ ਤਾਂ ਖਾਲੀ ਹੱਥ ਜਾਂਦੇ ਹੋਏ ਲੋਕਾਂ ਨੂੰ ਕੌਣ ਰੋਕ ਸਕਦਾ ਹੈ? ਸਵਾਲ ਇਸ ਗੱਲ ਨੂੰ ਲੈ ਕੇ। ਔਰ ਹਥਿਆਰ ਕਿੱਥੋਂ ਮੁਹੱਈਆ ਹੋ ਰਹੇ ਨੇ? ਕੋਟਕਪੂਰਾ ਤੋਂ। ਇਹ ਸਾਰੇ ਸਵਾਲ ਇਸ ਵੇਲੇ ਖੜੇ ਨੇ। ਵੱਡੀ ਖਬਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ, ਡੇਰਾ ਪ੍ਰੇਮੀ ਦੇ ਕਤਲकांड ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਕਿਸ ਤਰੀਕੇ ਇੱਕ ਸ਼ਖਸ ਜਿਹੜਾ ਹੈਗਾ ਉਸ ਨੂੰ ਕਤਲ ਕਰਨ ਦੇ ਲਈ 6 ਹਮਲਾਵਰ ਆਉਂਦੇ ਨੇ, 6 ਸ਼ੂਟਰ ਆਉਂਦੇ ਨੇ ਔਰ 6 ਸ਼ੂਟਰ ਜਿਹੜੇ ਹੈਗੇ ਉਹ ਖਾਲੀ ਹੱਥ ਦਾਖਲ ਹੁੰਦੇ ਨੇ ਕੋਟਕਪੂਰਾ ਦੇ ਵਿੱਚ। ਹਥਿਆਰ ਜਿਹੜਾ ਹੈਗਾ ਉਹਨਾਂ ਨੂੰ ਮੁਹੱਈਆ ਕਰਾਏ ਜਾਂਦੇ ਨੇ। ਮਨੋਜ ਰਾਠੀ ਮੇਰੇ ਸਹਿਯੋਗੀ ਮੇਰੇ ਨਾਲ ਇੱਕ ਵਾਰ ਜੁੜ ਚੁੱਕੇ ਨੇ। ਮਨੋਜ, ਖਾਲੀ ਹੱਥ ਆਏ ਸ਼ੂਟਰ, ਬਾਈਕ ਤੇ ਆਏ, ਹਥਿਆਰ ਮੁਹੱਈਆ ਕੋਟਕਪੂਰਾ ਦੇ ਵਿੱਚ ਕਰਾਏ। ਨਵਾਂ ਟ੍ਰੈਂਡ, ਨਵਾਂ ਤਰੀਕਾ। ਛੋਟਾ ਜਿਹਾ ਕਸਬਾ, ਉਸ ਕਸਬੇ ਤੱਕ ਹਥਿਆਰ ਪਹੁੰਚਦੇ ਨੇ, ਉਸ ਕਸਬੇ ਤੱਕ ਸ਼ੂਟਰ ਪਹੁੰਚਦੇ ਨੇ, ਫਿਰ ਹਥਿਆਰ ਸ਼ੂਟਰਾਂ ਦੇ ਹੱਥ ਤੱਕ ਪਹੁੰਚਦੇ ਨੇ ਔਰ ਫਿਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ 60 ਫਾਇਰ ਕਰਕੇ। ਵੱਡਾ ਔਰ ਨਵਾਂ ਤਰੀਕਾ ਕਾਤਲਾਂ ਦਾ, ਸ਼ੂਟਰਸ ਦਾ ਔਰ ਕ੍ਰਾਈਮ ਕਰਨ ਵਾਲੇ ਕ੍ਰਿਮੀਨਲਸ ਦਾ, ਗੈਂਗਸਟਰਸ ਦਾ। ਰਾਠੀ देखो गगन, ਇਹਦੇ ਵਿੱਚ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ ਬਹੁਤ ਅਹਿਮ ਜਾਣਕਾਰੀ ਕਿ ਉਹਨਾਂ ਦੀ ਮੋਡਸ ਆਪਰੈਂਡੀ ਕਿਸ ਤਰ੍ਹਾਂ ਦੀ ਸੀਗੀ ਔਰ ਇਹਨਾਂ ਦਾ ਜਿਹੜਾ ਡਾਇਰੈਕਟਰ ਯਾਨੀ ਕਿ ਡਾਕਟਰ, ਇਹਨਾਂ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਵਿਦੇਸ਼ 'ਚ ਬਹਿ ਕੇ ਸਾਰੀ ਚੀਜ਼ਾਂ ਦਾ
ਇਹਨਾਂ ਨੂੰ ਆਰਡਰ ਦੇ ਰਿਹਾ ਹੈ ਕਿ ਤੁਸੀਂ ਇਸ ਵੇਲੇ ਇਸ ਤਰ੍ਹਾਂ ਕਰਨਾ ਹੈ। ਤੁਹਾਡੀ ਰਹਿਣ ਦਾ, ਖਾਣ ਦਾ, ਪੀਣ ਦਾ, ਸਾਰੀ ਚੀਜ਼ਾਂ ਦਾ ਜਿਹੜਾ ਅਰੇਂਜਮੈਂਟ ਹੈ ਉਹ ਹੋ ਚੁੱਕਿਆ, ਕਿਉਂਕਿ ਜੀਤੂ ਜਿਹੜਾ ਹੈਗਾ ਇਹਦੇ ਵਿੱਚ ਮੇਨ ਹੈ। ਜੀਤੂ ਨੂੰ ਰਿਸਪੌਂਸਿਬਿਲਿਟੀ ਯਾਨੀ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਸਾਰੇ ਸ਼ੂਟਰ ਜਿਹੜੇ 4 ਸ਼ੂਟਰ ਹਰਿਆਣਾ ਦੇ ਤੇ 2 ਲੋਕਲ ਸ਼ੂਟਰ, ਜ਼ਿੰਮੇਵਾਰੀ ਜਿਹੜੀ ਜੀਤੂ ਨੂੰ ਦਿੱਤੀ ਗਈ ਸੀ ਕਿ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣਾ ਹੈ, ਕਿਸ ਤਰ੍ਹਾਂ ਰੈਕੀ ਕਰਨੀ ਹੈ, ਕਿਸ ਤਰ੍ਹਾਂ ਪਲੈਨਿੰਗ ਕਰਨੀ ਹੈ। ਇਹਦੇ ਵਿੱਚ ਇੱਕ ਅਹਿਮ ਬਹੁਤ ਇੰਪੋਰਟੈਂਟ ਜਿਹੜੀ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਹਥਿਆਰ ਜਿਹੜੇ ਹੈ ਉਹ ਕਿੱਥੋਂ ਮੁਹੱਈਆ ਕਰਾਏ, ਹਥਿਆਰ ਕਿੱਥੋਂ ਆਏ, ਹਥਿਆਰ ਕਿੰਨੇ ਮੁਹੱਈਆ ਕਰਾਏ। ਕਿਉਂਕਿ ਜੀਤੂ ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ, ਪੁੱਛਗਿੱਛ 'ਚ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਕਿ ਜੀਤੂ ਨੇ ਹੁਣ ਪੁੱਛਗਿੱਛ 'ਚ ਦੱਸਿਆ ਹੈ ਕਿ ਹਥਿਆਰ ਸਾਨੂੰ ਇੱਕ ਦਿਨ ਪਹਿਲਾਂ ਕੋਟ ਕਪੂਰਾ ਹੀ ਇੱਕ ਸ਼ਖਸ ਨੇ ਦਿੱਤੇ ਸੀਗੇ। ਉਹ ਸ਼ਖਸ ਕੌਣ ਹੈ ਇਹ ਜੀਤੂ ਵੀ ਉਹਦੇ ਬਾਰੇ ਨਹੀਂ ਜਾਣਦਾ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ, ਕਿਉਂਕਿ ਇਹਨਾਂ ਦੀ ਜਿਹੜੇ ਗੈਂਗਸਟਰ ਹੈ, ਸਿੱਧੂ ਮੂਸੇਵਾਲੇ ਦਾ ਮਰਡਰ, ਥੋੜਾ ਜਿਹਾ ਪਿੱਛੇ ਜਾਈਏ ਆਪਾਂ, ਸਿੱਧੂ ਮੂਸੇਵਾਲੇ ਦਾ ਜਦ ਮਰਡਰ ਹੋਇਆ ਤਾਂ ਜਿਹੜੇ ਵੀ ਸ਼ਾਰਪ ਸ਼ੂਟਰ ਉੱਥੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ, ਸਾਰਿਆਂ ਦਾ ਜਿਹੜਾ ਕੰਮ ਹੈ ਉਹ ਡਿਵਾਈਡ ਸੀਗਾ। ਜਿੱਦਾਂ ਤੁਸੀਂ ਦੇਖਿਆ ਕੇਕੜੇ ਦਾ ਜਿਹੜਾ ਕੰਮ ਹੈ ਉਹ ਸਿਰਫ ਰੈਕੀ ਕਰਨਾ ਸੀਗਾ। ਅੰਕਿਤ ਸਿਰਸਾ, ਬੇਬਤ ਫੌਜੀ, ਹੋਰ ਜਿਹੜੇ ਆਏ ਸੀਗੇ ਉੱਥੇ, ਮਨੂ ਖੁਸਾ, ਜਗਰੂਪ ਰੂਪਾਈ, ਸਾਰੇ ਆਏ ਸੀਗੇ। ਇਹ ਸ਼ਾਰਪ ਸ਼ੂਟਰ ਸੀਗੇ। ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਅੱਗੇ ਇਹਨਾਂ ਨੇ ਗੱਡੀਆਂ ਚੇਂਜ ਕਰਤੀ, ਅੱਗੇ ਇੱਥੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਏ। ਸੇਮ ਮੋਡਸ ਆਪਰੈਂਡੀ ਇਹੀ ਹੋਈ ਹੈ ਕਿ ਪਹਿਲਾਂ ਰੈਕੀ ਕੀਤੀ ਗਈ ਪ੍ਰਦੀਪ ਦੀ, ਜਿਹੜਾ ਡੇਰਾ ਪ੍ਰੇਮੀ ਹੈ, ਔਰ ਉਸ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦੇ ਕੇ 10 ਤੋਂ 15 ਕਿਲੋਮੀਟਰ ਬਾਈਕ ਛੱਡ ਕੇ ਉੱਥੋਂ ਅੱਗੇ ਟਰਾਂਸਪੋਰਟ ਕਰਕੇ ਭੱਜ ਗਏ। ਲੇਕਿਨ ਇਹਦੇ ਵਿੱਚ 2-3 ਅਹਿਮ ਗੱਲਾਂ ਇਹ ਹੈਗੀ ਹੈ ਕਿ ਜਿਹੜੇ ਵੈਪਨਸ ਨੇ ਉਹ ਇੱਕ ਦਿਨ ਪਹਿਲਾਂ ਕੋਟ ਕਪੂਰਾ ਇੱਕ ਸ਼ਖਸ ਨੇ ਇਹਨਾਂ ਨੂੰ ਦਿੱਤੇ ਸੀਗੇ, ਯਾਨੀ ਕਿ 4 ਸ਼ੂਟਰ ਜਿਹੜੇ ਹਰਿਆਣਾ ਤੋਂ ਆਏ ਸੀਗੇ, ਕਿਉਂਕਿ 2 ਲੋਕਲ ਸ਼ੂਟਰ ਨੇ ਇਹਦੇ ਵਿੱਚ ਜਿਹੜੇ ਘਰ ਦੇ ਰੇਡ ਵੀ ਕੀਤੀ ਜਾ ਰਹੀ, ਹਾਲਾਂਕਿ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਲੇਕਿਨ ਜਿਹੜੇ 4 ਸ਼ਾਰਪ ਸ਼ੂਟਰ ਇੱਥੇ ਪਹੁੰਚੇ ਸੀਗੇ ਹਰਿਆਣਾ ਤੋਂ ਫਰੀਦਕੋਟ, ਉਹ ਇੱਕ ਦਿਨ ਪਹਿਲਾਂ ਉਹਨਾਂ ਨੂੰ ਮੁਹੱਈਆ ਕਰਾਏ ਗਏ ਸੀ ਹਥਿਆਰ। ਲੇਕਿਨ 2-3 ਦਿਨ ਪਹਿਲਾਂ ਤੋਂ, ਕਰੀਬ 2-3 ਦਿਨ ਪਹਿਲਾਂ ਤੋਂ ਲਗਾਤਾਰ ਰੈਕੀ ਕੀਤੀ ਜਾ ਰਹੀ ਸੀ। ਰੈਕੀ ਕੀਤੀ ਸੀ ਲੋਕਲ ਸ਼ੂਟਰਾਂ ਨੇ, ਜਿਹੜੀ ਜਾਣਕਾਰੀ ਦਿੱਤੀ ਹੈ ਉਸ ਖਬਰ ਤੇ ਆਵਾਂਗੇ, ਉਸ ਖਬਰ ਤੇ ਆਵਾਂਗੇ। ਪਹਿਲਾਂ ਇਸੇ ਤੇ ਚਰਚਾ ਕਰਦੇ ਆ ਕਿਉਂਕਿ ਇਹ ਅਹਿਮ ਹੈ। ਹਥਿਆਰ ਜਿਹੜੇ ਹੈਗੇ ਆ, ਜੇਕਰ ਸਿੱਧੂ ਮੂਸੇਵਾਲਾ ਕਤਲकांड ਦੀ ਤੁਸੀਂ ਗੱਲ ਕੀਤੀ, ਸੰਦੀਪ ਕਾਲੋ ਜਿਹੜਾ ਸਰਕਾਰੀ ਮੁਲਾਜ਼ਮ ਸੀਗਾ, ਉਸ ਦਾ ਨਾਂ ਸਾਹਮਣੇ ਆਇਆ ਸੀਗਾ। ਉਹ ਬੈਗ ਲੈ ਕੇ ਗਿਆ ਸੀਗਾ, ਉਸ ਨੂੰ ਪਤਾ ਨਹੀਂ ਸੀ ਉਸ ਬੈਗ ਵਿੱਚ ਕੀ ਹੈ, ਜਾਂ ਪਤਾ ਵੀ ਸੀ, ਉਹ ਸਾਰੀਆਂ ਗੱਲਾਂ ਹੁਣ ਖੁਲਾਸੇ ਹੋ ਰਹੇ ਨੇ ਉਸ ਮਾਮਲੇ ਦੇ ਵਿੱਚ। ਪਰ ਉਹ ਬੈਗ ਲੈ ਕੇ ਗਿਆ, ਉਸਦੇ ਕੋਲੋਂ ਬੈਗ ਕੋਈ ਹੋਰ ਲੈ ਕੇ ਆਇਆ ਸੀ, ਉਸਨੇ ਬੈਗ ਕਿਸੇ ਦੂਜੇ ਸ਼ਖਸ ਨੂੰ ਦਿੱਤਾ, ਉਹ ਸ਼ਖਸ ਬੈਗ ਲੈ ਕੇ ਸ਼ੂਟਰਾਂ ਦੇ ਕੋਲ ਗਿਆ। ਇੱਥੇ ਵੀ ਕੀ ਸਿਨੈਰੀਓ ਸੇਮ ਹੀ ਹੈ। ਕੋਟਕਪੂਰਾ ਤੱਕ ਕਿਸੇ ਹੋਰ ਸ਼ਖਸ ਦੇ ਕੋਲ ਹਥਿਆਰ ਆਉਂਦੇ ਨੇ, ਉਹ ਹਥਿਆਰ ਲੈ ਕੇ ਸ਼ੂਟਰਾਂ ਤੱਕ ਜਾਂਦਾ ਹੈ। ਸ਼ੂਟਰ ਇਹ ਵੀ ਨਹੀਂ ਜਾਣਦੇ ਕਿ ਉਹ ਸ਼ਖਸ ਕੌਣ ਹੈ, ਉਹਨਾਂ ਨੂੰ ਹਥਿਆਰ ਫੜਾਉਂਦਾ ਔਰ ਉਹ ਚਲਾ ਜਾਂਦਾ ਹੈ। ਉਸ ਦਾ ਕੰਮ ਖਤਮ, ਉਸ ਤੋਂ ਬਾਅਦ ਸ਼ੂਟਰਾਂ ਦਾ ਕੰਮ ਸ਼ੁਰੂ, ਔਰ ਉਹ ਸ਼ੂਟ ਕਰਕੇ ਕਤਲ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਯਾਨੀ ਮੋਡਸ ਆਪਰੈਂਡੀ ਜਿਹੜੀ ਹੈਗੀ ਹੈ ਉਹ ਤਕਰੀਬਨ ਸੇਮ ਹੈ। ਛੋਟੇ ਸ਼ਹਿਰਾਂ ਤੱਕ ਹਥਿਆਰ ਪਹੁੰਚਾਏ ਜਾ ਰਹੇ ਨੇ। ਮਨੋਜ, ਬਹੁਤ ਹੀ ਜਿਹੜੀ ਅਹਿਮ ਜਾਣਕਾਰੀ ਜਿਹੜੀ ਤੁਸੀਂ ਦੇ ਰਹੇ ਹੋ ਕਿ ਇਹਨਾਂ ਦੀ ਜਿਹੜੀ ਮੋਡਸ ਆਪਰੈਂਡੀ ਉਹ ਸੇਮ ਹੁੰਦੀ ਹੈ। ਇਹ ਜਿਹੜੇ ਵੀ ਇਹ ਕੈਟੇਗਰੀ ਦੇ ਜਿਹੜੇ ਗੈਂਗਸਟਰਸ ਨੇ, ਇਸ ਤਰ੍ਹਾਂ ਦੀ ਇਹਨਾਂ ਦੀ ਕਿਸ ਤਰ੍ਹਾਂ ਹੁੰਦਾ ਡਿਵਾਈਡ ਕਰਦੇ ਆ ਕਿ ਹਥਿਆਰ ਜਿਹੜਾ ਹੈ ਉਹ ਕੋਈ ਹੋਰ ਬੰਦਾ ਮੁਹੱਈਆ ਕਰਾਏਗਾ, ਉਸ ਤੋਂ ਬਾਅਦ ਕਿਸੇ ਦੀ ਹੋਰ ਦੀ ਡਿਊਟੀ ਲਾਈ ਜਾਂਦੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੱਡੀਆਂ ਮੁਹੱਈਆ ਕਰਾਉਣੀਆਂ, ਉਸ ਤੋਂ ਬਾਅਦ ਇਹਨਾਂ ਨੇ ਕਿੱਥੇ ਲੁਕਣਾ ਹੈ, ਕਿੱਥੇ ਇਹਨਾਂ ਨੇ ਸਟੇ ਕਰਨਾ ਹੈ, ਕਿੱਥੇ ਇਹਨਾਂ ਨੂੰ ਖਾਣ ਦਾ ਪੀਣ ਦਾ ਸਾਰਾ ਜਿਹੜਾ ਹੈਗਾ ਉਹ ਜ਼ਿੰਮੇਵਾਰੀ ਕਿਹਦੀ ਹੈ, ਇਹ ਅਲੱਗ-ਅਲੱਗ ਹੈ। ਇੱਕ ਸਿੱਧੂ ਮੂਸੇਵਾਲਾ ਹੀ ਨਹੀਂ ਬਲਕਿ ਤੁਸੀਂ ਆਰਪੀਜੀ ਅਟੈਕ ਵੀ ਤੁਸੀਂ ਖੋਲ ਕੇ ਦੇਖੋ, ਉਹਦੇ ਵਿੱਚ ਵੀ ਰਿੰਦਾ ਦੀ ਇਨਵੋਲਵਮੈਂਟ ਸਾਹਮਣੇ ਆਈ ਸੀ ਕਿ ਜਿਹੜੀ ਖੁਦ ਪੁਲਿਸ ਅਫਸਰ ਦੱਸ ਰਹੇ ਇਹਦੇ ਵਿੱਚ ਵੀ ਰਿੰਦਾ ਦਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਤੁਸੀਂ ਆਰਪੀਜੀ ਅਟੈਕ ਖੋਲ ਕੇ ਦੇਖ ਲਿਓ। ਨਿਸ਼ਾਨ ਸਿੰਘ ਜਦ ਫੜਿਆ ਗਿਆ ਸੀਗਾ ਉਹਨੇ ਵੀ ਦੱਸਿਆ ਸੀਗਾ ਕਿ ਮੈਨੂੰ ਨਹੀਂ ਪਤਾ ਮੈਨੂੰ ਕਿੰਨੇ ਜਿਹੜਾ ਹੈਗਾ ਉਹ ਅਸਲਾ ਦਿੱਤਾ ਸੀਗਾ ਜਾਂ ਫਿਰ ਉਹ ਗ੍ਰੇਨੇਡ ਮੈਨੂੰ ਦਿੱਤਾ ਸੀਗਾ, ਮੈਨੂੰ ਨਹੀਂ ਪਤਾ, ਮੈਂ ਅੱਗੇ ਕਿਸੇ ਨੂੰ ਮੁਹੱਈਆ ਕਰਾਇਆ, ਮੈਨੂੰ ਵੀ ਨਹੀਂ ਪਤਾ ਕੌਣ ਸੀਗੇ। ਇਹ ਸਾਰੀ ਚੀਜ਼ਾਂ ਦਾ ਜਿਹੜਾ ਕਿਸ ਤਰ੍ਹਾਂ ਇਹਨਾਂ ਦੀ ਮੋਡਸ ਆਪਰੈਂਡੀ ਹੁੰਦੀ ਹੈ, ਕਿਸ ਤਰ੍ਹਾਂ ਇਹਨਾਂ ਦੀ ਚਾਲ ਹੁੰਦੀ ਹੈ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਦੂਜਾ ਬੰਦਾ ਇਹ ਕੌਣ ਹੈ ਕਿ ਜੋ ਕਿ ਹਥਿਆਰ ਤੁਹਾਨੂੰ ਮੁਹੱਈਆ ਕਰਾ ਰਿਹਾ। ਹੁਣ ਜਿਹੜੇ ਵੈਪਨ ਯੂਜ਼ ਕੀਤੇ ਗਏ ਨੇ 30 ਬੋਰ 32 ਬੋਰ, ਇਹਨਾਂ ਨੂੰ ਨਹੀਂ ਪਤਾ ਸੀਗਾ ਕਿਉਂਕਿ ਜੀਤੂ ਹੁਣ ਖੁਲਾਸਾ ਕਰਦਾ ਨਜ਼ਰ ਆ ਰਿਹਾ ਹੈ ਕਿ ਰੈਕੀ ਵੀ ਕੀਤੀ ਹੈ। ਹਥਿਆਰ ਕਿੰਨੇ ਦਿੱਤੇ, ਇੱਕ ਦਿਨ ਪਹਿਲਾਂ ਕੋਟ ਕਪੂਰਾ ਇੱਕ ਛੋਟਾ ਜਿਹਾ ਕਸਬਾ, ਉੱਥੇ ਆ ਕੇ ਇੱਕ ਸ਼ਖਸ ਨੇ ਇਹਨਾਂ ਨੂੰ ਹਥਿਆਰ ਦਿੱਤੇ, ਇਹਨਾਂ ਨੂੰ ਵੈਪਨਸ ਦਿੱਤੇ ਕਿ ਤੁਸੀਂ ਕਾਂਡ ਕਰਨਾ ਹੈ। ਲੇਕਿਨ ਉਸ ਤੋਂ ਪਹਿਲਾਂ ਜੀਤੂ ਨੇ ਇੱਕ ਹੋਰ ਖੁਲਾਸਾ ਕੀਤਾ ਹੈ ਕਿ ਰੈਕੀ ਹੋ ਚੁੱਕੀ ਸੀ, ਰੈਕੀ ਅਸੀਂ ਕਰ ਚੁੱਕੇ ਸੀਗੇ। ਬਿਲਕੁਲ ਮਨੋਜ ਇੱਥੇ ਰੋਕਦਾ ਹੈ, ਮੈਂ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਮੈਂ ਇੱਕ ਖਬਰ ਹੋਰ ਦੱਸਦਾ ਇਸ ਵੇਲੇ। ਇਹ ਸਭ ਤੋਂ ਵੱਡੀ ਖਬਰ ਹੈ ਇਸ ਕਤਲकांड ਦੇ ਨਾਲ ਜੁੜੀ ਕਿ ਇਹ ਮਸਲਾ ਸਿਰਫ ਇੱਕ ਕਤਲकांड ਤੱਕ ਰੁਕਿਆ ਹੋਇਆ ਨਹੀਂ ਹੈ, ਇਹ ਮਸਲਾ ਸਿਰਫ ਇੱਕ ਕਤਲ ਤੱਕ ਰੁਕਿਆ ਹੋਇਆ ਨਹੀਂ ਹੈ, ਇਹ ਮਸਲਾ ਇਸ ਤੋਂ ਵੀ ਕਿਤੇ ਵੱਡਾ ਹੈ। ਜਿਹੜੇ ਨਾਬਾਲਗ ਆਏ ਸੀਗੇ ਜੀਤੂ ਦੇ ਨਾਲ, ਜਿਹੜੇ 6 ਸ਼ੂਟਰ ਆਏ ਸੀਗੇ, ਉਹਨਾਂ ਨੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਸੀ। ਜੀ ਹਾਂ, ਸ਼ੂਟਰਾਂ ਨੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਸੀ। ਗੋਲਡੀ ਦੇ ਕਹਿਣ ਤੇ ਪੰਜਾਬ ਵਿੱਚ ਹੀ ਰੁਕੇ ਰਹੇ ਸਨ ਸ਼ੂਟਰ। ਗੋਲਡੀ ਵਿਦੇਸ਼ਾਂ ਦੇ ਵਿੱਚ ਬੈਠਾ ਹੈ, ਡਾਇਰੈਕਟ ਕਰਿਆ ਸੀਗਾ ਇਹਨਾਂ ਸ਼ੂਟਰਸ ਨੂੰ। 2 ਦਿਨ ਪਹਿਲਾਂ ਹੀ ਕਤਲ ਦੇ ਹੁਕਮ ਦਿੱਤੇ ਸਨ। 2 ਲੋਕਲ ਸ਼ੂਟਰਾਂ ਨੇ ਪ੍ਰਦੀਪ ਦੀ ਰੇਕੀ ਕੀਤੀ ਸੀ, ਜਿਸ ਰੇਕੀ ਦਾ ਜ਼ਿਕਰ ਮੇਰੇ ਸਹਿਯੋਗੀ ਮਨੋਜ ਰਾਠੀ ਕਰ ਰਹੇ ਸੀਗੇ। 2 ਦਿਨ ਪਹਿਲਾਂ ਰੇਕੀ ਹੋਣੀ ਸ਼ੁਰੂ ਹੋਈ ਹੈ।
ਔਰ ਗੋਲਡੀ ਦੇ ਕਹਿਣ ਤੇ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਸੀਗੀ। ਗੋਲਡੀ ਦੇ ਕਹਿਣ ਤੇ 2 ਦਿਨਾਂ ਤੱਕ ਪੰਜਾਬ ਦੇ ਵਿੱਚ ਸ਼ੂਟਰ ਰੁਕੇ ਰਹੇ ਨੇ। 2 ਦਿਨਾਂ ਤੱਕ ਪੰਜਾਬ ਦੇ ਵਿੱਚ ਸ਼ੂਟਰਾਂ ਦੇ ਰੁਕਣ ਦਾ ਮਤਲਬ ਕੀ ਸੀਗਾ ਔਰ ਜਿਸ ਤਰੀਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਇਸ ਤੋਂ ਬਾਅਦ ਕਿਸੇ ਹੋਰ ਵਾਰਦਾਤ ਨੂੰ ਵੀ ਅੰਜਾਮ ਦੇਣਾ ਸੀ। ਮਨੋਜ, ਇੱਕ ਹੋਰ ਵੱਡਾ ਖੁਲਾਸਾ, ਇੱਕ ਹੋਰ ਵੱਡੀ ਖਬਰ ਕਿ ਇਸ ਵਾਰਦਾਤ ਤੋਂ ਬਾਅਦ ਕਿਸੇ ਹੋਰ ਵਾਰਦਾਤ ਨੂੰ ਵੀ ਅੰਜਾਮ ਦੇਣਾ ਸੀ ਔਰ ਗੋਲਡੀ ਨੇ ਕਿਹਾ ਸੀ ਕਿ ਤੁਸੀਂ 2 ਦਿਨ ਪੰਜਾਬ ਦੇ ਵਿੱਚ ਰੁਕੇ ਰਹਿਣਾ ਹੈ। 2 ਦਿਨ ਪੰਜਾਬ ਦੇ ਵਿੱਚ ਰੁਕਣ ਦੇ ਪਿੱਛੇ ਕੋਈ ਹੋਰ ਵੀ ਟਾਰਗੇਟ ਸੀ, ਕੋਈ ਹੋਰ ਵੀ ਨਿਸ਼ਾਨੇ ਤੇ ਸੀ। ਮਨੋਜ, ਗਗਨ, ਇਹਦੇ ਵਿੱਚ 2-3 ਅਹਿਮ ਗੱਲਾਂ ਨੇ ਜਿਹੜੀ ਹੁਣ ਪੁੱਛ-ਗਿੱਛ ਆਈ ਹੈ। ਪਹਿਲਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਟਿਆਲਾ 'ਚ ਜਿਹੜਾ ਸਟੇ ਕੀਤਾ ਹੈ, ਜਿਹੜੇ 3 ਸ਼ਾਰਪ ਸ਼ੂਟਰ ਨੇ ਜਿਹੜੇ ਫੜੇ ਗਏ ਨੇ, 2 ਨਾਬਾਲਿਗ ਤੇ 1 ਜਿੱਤੂ, ਉਹਨਾਂ ਨੂੰ ਖੁਦ ਗੋਲਡੀ ਬਰਾੜ ਨੇ ਕਿਹਾ ਸੀਗਾ, ਕਿਉਂਕਿ ਜਿੱਤੂ ਨੇ ਮੰਨੀ ਹੈ ਗੱਲ। ਜਿਹੜੇ ਸੋਰਸੀ ਜਾਣਕਾਰੀ ਦੇ ਰਹੇ ਹੈ ਕਿ ਮੈਨੂੰ ਗੋਲਡੀ ਬਰਾੜ ਨੇ, ਮੇਰੀ ਗੱਲ ਹੋਈ ਹੈ ਗੋਲਡੀ ਬਰਾੜ ਦੇ ਨਾਲ, ਉਸ ਤੋਂ ਬਾਅਦ ਲਗਾਤਾਰ ਪੁੱਛਗਿੱਛ ਹੋਈ ਹੈ ਤੇ ਇਹਦੇ ਵੀ ਸਾਹਮਣੇ ਆਇਆ ਕਿ ਗੋਲਡੀ ਬਰਾੜ ਨੇ ਹੀ ਕਿਹਾ ਸੀਗਾ ਕਿ ਪਟਿਆਲਾ ਦੇ ਬਖਸ਼ੀਖਾਨਾ ਦੇ ਬਿਲਕੁਲ ਨਾਲ ਇੱਕ ਛੋਟੇ ਜਿਹੇ ਪਿੰਡ 'ਚ ਤੁਸੀਂ ਸਟੇ ਕਰਨਾ, ਯਾਨੀ ਕਿ ਇੱਕ ਵੱਡੀ ਸਾਜ਼ਿਸ਼ ਨੂੰ ਹੋਰ ਅੰਜਾਮ ਦੇਣਾ ਹੈ। ਯਾਨੀ ਕਿ ਇੱਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਸਤੇ ਇੱਕ ਹੋਰ ਪਲੈਨਿੰਗ ਸੀ। ਇੱਕ ਹੋਰ ਤੁਹਾਨੂੰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਸੂਤਰਾਂ ਤੋਂ ਮੁਤਾਬਿਕ ਕਿ ਬਹੁਤ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣੇ ਸੀਗੇ ਤੇ ਇੱਕ ਬਹੁਤ ਹੀ ਹੋਰ ਵੀ ਜਿਹੜੇ ਮਰਡਰ ਜਿਹੜੇ ਹੈਗੇ ਜਾਂ ਫਿਰ ਕਿਸ ਤਰ੍ਹਾਂ ਦੀ ਨਾਂ ਵੀ ਜਿਹੜੇ ਹੈਗੇ ਉਹਨਾਂ ਨੇ ਲਿੱਤੇ ਹੈ, ਲੇਕਿਨ ਇਹ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਜਿੱਤੂ ਨੇ ਬਹੁਤ ਵੱਡੇ ਖੁਲਾਸੇ ਕੀਤੇ ਹੈ। ਜਿੱਤੂ ਬਹੁਤ ਬੜਾ ਜਿਹੜਾ ਹੈਗਾ ਕਹਿ ਸਕਦੇ ਕਿ ਕ੍ਰਿਮੀਨਲ ਮਾਈਂਡ ਦਾ ਪਰਸਨ ਹੈ ਤੇ ਗੋਲਡੀ ਬਰਾੜ ਦੇ ਨਾਲ ਲਗਭਗ 1.5 ਸਾਲ ਤੋਂ ਜੁੜਿਆ ਹੋਇਆ ਹੈ। ਲਗਾਤਾਰ ਅੰਬਾਲਾ ਦੇ ਡਬਲ ਮਰਡਰ 'ਚ ਵੀ ਸੀਗਾ ਇਹ ਸ਼ਾਮਿਲ। ਇੱਕ ਹੋਰ ਲਾਰੈਂਸ ਬਿਸ਼ਨੋਈ ਦੇ ਕਹਿਣ ਤੇ ਇਹਨੇ ਹੋਰ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ, ਲੇਕਿਨ ਹੁਣ ਪੁੱਛਗਿੱਛ ਹੋ ਰਹੀ ਹੈ ਕਿ ਇੱਕ ਹੋਰ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀਗਾ, ਜਿਸ ਕਰਕੇ ਅਸੀਂ ਪੰਜਾਬ 'ਚ ਸਾਨੂੰ ਕਿਹਾ ਸੀਗਾ ਕਿ ਤੁਸੀਂ ਇੱਥੇ ਹੀ ਰੁਕੋ। ਔਰ ਕਈ ਨਾਂ ਜਿਹੜੇ ਹੈਗੇ ਸਾਹਮਣੇ ਆ ਰਹੇ, ਕਈ ਨਾਂ ਸਾਹਮਣੇ ਆ ਰਹੇ ਕਿ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸੀਗਾ। ਯਾਨੀ ਕਿ ਇੱਕ ਵੱਡੀ ਗੱਲ ਹੈ, ਕਹਿ ਸਕਦੇ ਕਿ ਲਾਅ ਐਂਡ ਆਰਡਰ ਨੂੰ ਪੂਰਾ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਜਾਰੀ ਸੀ। ਤੇ ਗੋਲਡੀ ਬਰਾੜ ਨੇ ਜਿਹੜਾ ਸੇਮ ਡੇ ਇੱਕ ਪੋਸਟ ਪਾ ਕੇ ਜਿਹੜੀ ਪਾਈ ਸੀਗੀ, ਉਹਦੇ ਵਿੱਚ ਕਿਹਾ ਸੀਗਾ ਕਿ ਅਸੀਂ ਇਹਦੀ ਜ਼ਿੰਮੇਵਾਰੀ ਲੈਂਦੇ, ਸਾਨੂੰ ਇਨਸਾਫ ਚਾਹੀਦਾ ਸੀਗਾ। ਹਾਲਾਂਕਿ ਲਗਾਤਾਰ ਸਾਈਬਰ ਸੈੱਲ ਦਾ ਕੰਮ ਕਰ ਰਿਹਾ, ਲੇਕਿਨ ਹੁਣ ਜਿਹੜਾ ਜਿੱਤੂ ਖੁਲਾਸੇ ਕਰਦਾ ਨਜ਼ਰ ਆ ਰਿਹਾ ਹੈ ਕਿ ਗੋਲਡੀ ਬਰਾੜ ਦੇ ਲਗਾਤਾਰ ਸੰਪਰਕ ਸੀਗਾ, ਗੋਲਡੀ ਬਰਾੜ ਦੇ ਨਾਲ ਲਗਾਤਾਰ ਕੰਮ ਕਰ ਰਿਹਾ ਸੀ ਕਿ ਗੋਲਡੀ ਬਰਾੜ ਦੇ ਕਹਿਣ ਤੇ ਹੋਰ ਵੀ ਕਈ ਵੱਡੇ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀਗਾ, ਜਿਹਨੂੰ ਲੈ ਕੇ ਤਿਆਰੀਆਂ ਜਿਹੜੀਆਂ ਉਹ ਕੀਤੀ ਜਾ ਚੁੱਕੀ। ਹਾਲਾਂਕਿ ਇਹਨਾਂ ਕੋਲੋਂ ਜਿਹੜੇ ਵੈਪਨਸ ਰਿਕਵਰ ਹੋਏ ਹੈ ਇਹਨਾਂ ਕੋਲੋਂ ਵੈਪਨ ਸੀਗੇ ਤੇ ਉਹਨਾਂ ਦੇ ਜਿਹੜੇ ਸਾਥੀ ਹੈ ਹੋਰ 3 ਦੀ ਗ੍ਰਿਫਤਾਰੀ ਹੋ ਚੁੱਕੀ ਹੈ, 3 ਹੋਰ ਬਾਕੀ ਹੈ, ਜਿਹਦੇ ਵਿੱਚ 2 ਲੋਕਲ ਸ਼ੂਟਰ ਨੇ, ਇੱਕ ਹੋਰ ਜਿਹੜਾ ਹਰਿਆਣਾ ਦਾ ਰਹਿਣ ਵਾਲਾ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਦੱਸੇ ਜਾ ਰਹੇ ਨੇ ਜਿਹੜੇ 4 ਨੇ, ਇੱਕ ਭਿਵਾਨੀ ਦਾ, 3 ਰੋਹਤਕ ਦੇ ਦੱਸੇ ਜਾ ਰਹੇ ਨੇ ਜਿਹੜੇ ਸ਼ਾਰਪ ਸ਼ੂਟਰਸ ਨੇ। ਤੇ ਇਹਨਾਂ ਦੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਹੋਰ ਵੱਡੇ ਖੁਲਾਸੇ ਕੀਤੇ ਜਾ ਰਹੇ, ਕਿਉਂਕਿ ਇਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਆਖਿਰ ਜਿਹਨੇ ਇਹ ਹਥਿਆਰ ਮੁਹੱਈਆ ਕਰਾਏ ਉਹ ਸ਼ਖਸ ਕੌਣ ਸੀ। ਉਸ ਤੋਂ ਇਲਾਵਾ ਇਨਵੈਸਟੀਗੇਸ਼ਨ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਗੇ ਸਾਜ਼ਿਸ਼ ਨੂੰ ਕਿਸ ਤਰ੍ਹਾਂ ਦੀ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀਗਾ, ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਕਿਉਂਕਿ ਇਹ ਸਾਰੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਪਰਸਨ ਨੇ, ਸਾਰੇ ਗੋਲਡੀ ਬਰਾੜ ਦੇ ਨਾਲ ਲਗਾਤਾਰ ਜੁੜੇ ਹੋਏ ਨੇ ਤੇ ਗੋਲਡੀ ਬਰਾੜ ਦੇ ਕਹਿਣ ਤੇ ਹੀ ਸਾਰੀ ਚੀਜ਼ਾਂ ਇਹਨਾਂ ਨੇ ਕੀਤੀ ਹੈ, ਵਾਰਦਾਤ ਨੂੰ ਅੰਜਾਮ ਦਿੱਤਾ, ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਜਿਹੜੀ ਅੱਗੇ ਦੀ ਕੋਸ਼ਿਸ਼ ਸੀਗੀ। ਤਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਸਫਲਤਾ ਜਿਹੜੀ ਹੈ ਦਿੱਲੀ ਦੀ ਸਪੈਸ਼ਲ ਸੈੱਲ ਨੂੰ ਮਿਲੀ। ਹਾਲਾਂਕਿ ਲਗਾਤਾਰ ਪੰਜਾਬ ਪੁਲਿਸ ਦੀ ਵੀ 10 ਟੀਮਾਂ ਲਗਾਤਾਰ ਰੇਡ ਕਰ ਰਹੀ ਹੈ, ਜਿਹੜੀ ਹੋਰ ਗ੍ਰਿਫਤਾਰੀਆਂ ਹੋਣਾ ਹਜੇ ਬਾਕੀ ਹੈ। ਪੰਜਾਬ ਪੁਲਿਸ ਦੇ ਅਫਸਰ ਕਹਿੰਦੇ ਨਜ਼ਰ ਆ ਰਹੇ ਕਿ ਜਲਦੀ ਇਹਦੇ ਵਿੱਚ ਗ੍ਰਿਫਤਾਰੀਆਂ ਹੋਣਗੀਆਂ ਤੇ ਵੱਡੇ ਖੁਲਾਸੇ ਹੋਣਗੇ, ਲੇਕਿਨ ਜਿਹੜਾ ਜਿੱਤੂ ਖੁਲਾਸੇ ਕਰਦੇ ਨਜ਼ਰ ਆ ਰਿਹਾ ਹੈ ਗਗਨ, ਉਹ ਬਹੁਤ ਵੱਡੇ ਖੁਲਾਸੇ ਨੇ, ਬਹੁਤ ਵੱਡੇ ਹੈਰਾਨ ਕਰ ਦੇਣੇ ਵਾਲੇ ਖੁਲਾਸੇ ਨੇ। ਬਿਲਕੁਲ ਮਨੋਜ, ਬਿਲਕੁਲ ਜਿੱਤੂ ਜਿਹੜੇ ਖੁਲਾਸੇ ਕਰ ਰਿਹਾ ਉਹ ਬਹੁਤ ਵੱਡੇ ਖੁਲਾਸੇ ਨੇ ਔਰ ਆਪਣੇ ਆਪ ਵਿੱਚ ਜਿਹੜਾ ਹੈਗਾ ਬਹੁਤ ਸਾਰੀ ਜਾਣਕਾਰੀ, ਬਿਲਕੁਲ ਬਹੁਤ ਸਾਰੀ ਜਾਣਕਾਰੀ ਉਹ ਪੁਲਿਸ ਨੂੰ ਦੇ ਰਿਹਾ ਹੈ। ਪਰ ਮਨੋਜ, ਇੱਥੇ ਸਵਾਲ ਕੁਝ ਹੋ ਰਿਹਾ ਹੈ। ਇੱਥੇ ਸਵਾਲ ਇਹ ਹੈ ਕਿ ਜਿਹੜਾ ਗੋਲਡੀ ਬਰਾੜ ਹੈ, ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਹੈ, ਉਸ ਦੇ ਨਿਸ਼ਾਨੇ ਤੇ ਕਿਸ ਤਰੀਕੇ ਉਸਨੇ ਇੱਕ ਚਾਲ ਦੇ ਨਾਲ 2 ਨਿਸ਼ਾਨੇ ਸਾਧੇ ਨੇ, ਕਿਸ ਤਰੀਕੇ ਇੱਕ ਚਾਲ ਦੇ ਨਾਲ ਉਸਨੇ 2 ਸ਼ਿਕਾਰ ਕੀਤੇ ਨੇ, ਕਿਸ ਤਰੀਕੇ ਇੱਕੋ ਤਰੀਕੇ ਦੇ ਨਾਲ ਉਹ 2 ਥਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਕਾਮਯਾਬ ਰਿਹਾ ਹੈ। ਸਵਾਲ ਇਹ ਹੈ, 2 ਕਤਲ ਹੋਏ ਨੇ ਪੰਜਾਬ ਦੇ ਵਿੱਚ। ਇਹ ਤਸਵੀਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤਸਵੀਰ ਔਰ ਇਹ ਤਸਵੀਰ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਰਾਜੂ ਦੀ ਤਸਵੀਰ। ਦੋਵਾਂ ਦੇ ਕਤਲ ਦੀ ਜ਼ਿੰਮੇਵਾਰੀ ਅਗਲੇ ਦਿਨ ਪੋਸਟ ਪੈਂਦੀ ਹੈ ਫੇਸਬੁੱਕ ਦੇ ਉੱਤੇ। ਕੌਣ ਪਾ ਰਿਹਾ ਹੈ? ਗੋਲਡੀ ਬਰਾੜ। ਕੌਣ ਕਰ ਰਿਹਾ ਹੈ? ਗੋਲਡੀ ਬਰਾੜ। ਸ਼ੂਟਰਾਂ ਦੇ ਮੋਡਿਊਲ 2 ਮੋਡਿਊਲ, ਔਰ ਇਹ 2 ਮੋਡਿਊਲ ਕੀ ਨੇ? 2 ਮੋਡਿਊਲ ਨੇ ਸ਼ੂਟਰ ਪੰਜਾਬ ਤੇ ਹਰਿਆਣਾ ਦੇ ਨੇ। ਕੁਝ ਸ਼ੂਟਰ ਪੰਜਾਬ ਦੇ ਨੇ, ਕੁਝ ਸ਼ੂਟਰ ਹਰਿਆਣਾ ਦੇ ਨੇ। ਟੋਟਲ ਸ਼ੂਟਰ ਕਿੰਨੇ ਨੇ? 6। ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ, 6 ਸ਼ੂਟਰ ਨੇ। ਪ੍ਰਦੀਪ ਦਾ ਕਤਲ ਹੁੰਦਾ ਹੈ, 6 ਸ਼ੂਟਰ ਨੇ। ਔਰ ਕਿੱਥੇ ਦੇ ਸ਼ੂਟਰ ਨੇ? ਹਰਿਆਣਾ ਦੇ ਤੇ ਪੰਜਾਬ ਦੇ।
ਸਵਾਲ ਇਸ ਗੱਲ ਨੂੰ ਲੈ ਕੇ ਹੈ ਕਿ ਇਹ ਸਿਨੈਰੀਓ ਜਿਹੜਾ ਹੈਗਾ ਇਸ ਨੂੰ ਕਿਸ ਤਰੀਕੇ ਸਮਝਿਆ ਜਾਵੇ ਔਰ ਇਸ ਦਾ ਕਨੈਕਸ਼ਨ ਜਿਹੜਾ ਜੁੜਦਾ ਹੈ ਦੋਵਾਂ ਦਾ। ਪਹਿਲੀ ਗੱਲ ਮਾਸਟਰਮਾइंड ਗੋਲਡੀ ਬਰਾੜ ਹੈ, ਦੂਜੀ ਗੱਲ ਕਤਲ ਦਾ ਤਰੀਕਾ ਸ਼ੂਟਿੰਗ ਸ਼ੂਟ ਆਊਟ ਕਰਕੇ ਗੋਲੀਆਂ ਚਲਾ ਕੇ, ਤੀਜਾ ਸ਼ੂਟਰਾਂ ਦੇ ਮੋਡਿਊਲ। ਦੋ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਵਿੱਚ ਇਹ ਕਾਮਨ ਹੈ, ਬਿਲਕੁਲ ਕਾਮਨ ਪੁਆਇੰਟਸ ਨੇ। ਕਿੱਥੇ ਦੇ ਸ਼ੂਟਰ? ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਪੰਜਾਬ ਅਤੇ ਹਰਿਆਣਾ ਦੇ ਸ਼ੂਟਰ। ਡੇਰਾ ਪ੍ਰੇਮੀ ਦਾ ਕਤਲ ਹੋਇਆ ਤਾਂ ਉਸ ਦੇ ਵਿੱਚ ਵੀ ਪੰਜਾਬ ਅਤੇ ਹਰਿਆਣਾ ਦੇ ਸ਼ੂਟਰ। ਲੀਡ ਕੌਣ ਕਰ ਰਹੇ ਨੇ? ਹਰਿਆਣਾ ਦੇ ਸ਼ੂਟਰ। ਹਰਿਆਣਾ ਦਾ ਸ਼ੂਟਰ ਪ੍ਰਿਆਵਰਤ ਫੌਜੀ ਇਸ ਦੇ ਕਤਲ ਨੂੰ ਲੀਡ ਕਰ ਰਿਹਾ ਸੀ ਤਾਂ ਹਰਿਆਣਾ ਦਾ ਹੀ ਸ਼ੂਟਰ ਜਤਿੰਦਰ ਜੀਤੂ ਪ੍ਰਦੀਪ ਦੇ ਕਤਲ ਦੀ ਪੂਰੀ ਵਾਰਦਾਤ ਨੂੰ ਲੀਡ ਕਰ ਰਿਹਾ ਸੀ। ਜਤਿੰਦਰ ਜੀਤੂ ਉਸ ਦੇ ਵਿੱਚ ਲੀਡਰ ਸੀਗਾ ਤਾਂ ਪ੍ਰਿਆਵਰਤ ਫੌਜੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਲੀਡਰ ਸੀ। ਕਤਲ ਕਰਨ ਤੋਂ ਬਾਅਦ ਇਹ ਕੀ ਕਰਦੇ ਨੇ? ਕਤਲ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਾਤਿਲ ਗੱਡੀਆਂ ਛੱਡ ਕੇ ਫਰਾਰ ਹੋ ਜਾਂਦੇ ਨੇ ਤੇ ਦੂਜੇ ਪਾਸੇ ਪ੍ਰਦੀਪ ਦੇ ਕਾਤਿਲ ਬਾਈਕਸ ਛੱਡ ਕੇ ਫਰਾਰ ਹੋ ਜਾਂਦੇ ਨੇ। ਔਰ ਦੋਵਾਂ ਦੇ ਵਿੱਚ ਤਰੀਕਾ ਸੇਮ, ਮਾਸਟਰਮਾइंड ਸੇਮ, ਮੋਡਸ ਆਪਰੈਂਡੀ ਸੇਮ। ਔਰ ਉਸ ਤੋਂ ਬਾਅਦ ਜਿਸ ਤਰੀਕੇ ਇਹਨਾਂ ਦਾ ਟੈਰਰ ਕਨੈਕਸ਼ਨ ਨਿਕਲਿਆ, ਅੱਤਵਾਦੀ ਕਨੈਕਸ਼ਨ, ਉਹ ਅੱਤਵਾਦੀ ਕਨੈਕਸ਼ਨ ਕਿੱਥੇ ਜਾ ਕੇ ਜੁੜਿਆ? ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਰੀਏ ਤਾਂ ਉਹ ਕਨੈਕਸ਼ਨ ਰਿੰਦਾ ਦੇ ਨਾਲ ਜਾ ਕੇ ਜੁੜਦਾ ਹੈ ਔਰ ਜੇਕਰ ਪ੍ਰਦੀਪ ਦੇ ਕਤਲ ਦੀ ਗੱਲ ਕਰੀਏ ਤਾਂ ਇਹ ਵੀ ਕਨੈਕਸ਼ਨ ਰਿੰਦਾ ਦੇ ਨਾਲ ਜਾ ਕੇ ਜੁੜਦਾ ਹੈ। ਰਿੰਦਾ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਹੈ, ਹਰਵਿੰਦਰ ਸਿੰਘ ਰਿੰਦਾ। ਟੈਰਰਿਸਟ ਕਨੈਕਸ਼ਨ ਜਿਹੜਾ ਹੈਗਾ ਗੈਂਗਸਟਰ ਟੈਰਰਿਸਟ ਕਨੈਕਸ਼ਨ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਦੋਵੇਂ ਮੋਡਿਊਲ ਸੇਮ ਆ ਰਹੇ ਨੇ। ਮਨੋਜ ਰਾਠੀ ਨਾਲ ਮੈਂ ਗੱਲ ਕਰ ਰਿਹਾ, ਮੇਰੇ ਸਹਿਯੋਗੀ ਬਲਦੇਵ ਵੀ ਮੇਰੇ ਨਾਲ ਜੁੜ ਰਹੇ ਨੇ। ਬਲਦੇਵ ਦੇ ਨਾਲ ਵੀ ਗੱਲ ਕਰਦੇ ਹਾਂ। ਬਲਦੇਵ, ਮਾਨਸਾ ਦੇ ਵਿੱਚ ਜਿਹੜਾ ਕਤਲ ਹੋਇਆ ਜਿਸ ਨੂੰ ਇਹ ਮੰਨਿਆ ਜਾ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਕਾਲੇ ਦੌਰ ਤੋਂ ਬਾਅਦ ਜਿਹੜਾ ਅਮਨੋ ਅਮਾਨ ਦਾ ਦੌਰ ਸੀਗਾ, ਉਸ ਦੌਰ ਦੇ ਵਿੱਚ ਇੰਨਾ ਵਹਿਸ਼ਿਆਨਾ ਤਰੀਕੇ ਨਾਲ ਕਤਲ, ਇੰਨਾ ਭਿਆਨਕ ਕਤਲ ਦੀ ਵਾਰਦਾਤ, ਮੋਡਿਊਲ ਜਿਹੜਾ ਹੈਗਾ ਉਸ ਦਾ ਵੀ ਉਹੀ ਔਰ ਹੁਣ ਪ੍ਰਦੀਪ ਦੇ ਕਤਲ ਦਾ ਵੀ ਉਹੀ ਮੋਡਿਊਲ। ਬਲਦੇਵ, ਬਿਲਕੁਲ ਗਗਨ, ਤਰੀਕਾ ਸੇਮ। ਚਾਹੇ ਕੋਟਕਪੂਰਾ 'ਚ ਘਟਨਾ ਵਾਪਰਦੀ ਹੈ, ਚਾਹੇ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ। ਗੋਲਡੀ ਬਰਾੜ 4 ਸ਼ੂਟਰ ਹਰਿਆਣੇ ਤੋਂ ਲੈਂਦਾ ਹੈ ਤੇ 2 ਪੰਜਾਬ ਚੋਂ। ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਵੀ ਸੇਮ ਪੋਜੀਸ਼ਨ ਸੀ ਤੇ ਕੋਟਕਪੂਰੇ ਵਾਲੇ ਦੇ ਵੀ। ਤੇ 2 ਜਿਹੜੇ ਪੰਜਾਬ ਚੋਂ ਸ਼ੂਟਰ ਲੈਂਦਾ ਤੇ 4 ਹੈ ਜਿਹੜੇ ਹਰਿਆਣੇ ਚੋਂ। 2 ਹੀ ਗੱਡੀਆਂ ਤੇ ਆਉਂਦੇ ਆ ਤੇ ਵਾਰਦਾਤ ਕਰਨ ਤੋਂ ਬਾਅਦ ਗੱਡੀਆਂ ਛੱਡ ਕੇ ਫਿਰ ਨਵੇਂ ਵਹੀਕਲ ਤੇ ਚੜ ਕੇ ਉਹ ਫਰਾਰ ਹੁੰਦੇ ਆ। ਇਸ ਤੋਂ ਵੱਡੀ ਗੱਲ ਗਗਨ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਗੋਲਡੀ ਬਰਾੜ ਨਾਬਾਲਗ ਬੱਚਿਆਂ ਨੂੰ ਬਰਗਲਾ ਕੇ ਵਾਰਦਾਤਾਂ ਨੂੰ ਅੰਜਾਮ ਦਿਵਾਉਂਦਾ ਹੈ। ਕਿਉਂਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਅੰਕਿਤ ਸਰਸਾ ਸੀਗਾ, ਕੋਟਕਪੂਰੇ ਵਾਲੇ 'ਚ ਵੀ ਨਾਬਾਲਗ ਬੱਚੇ ਹੈ। ਇਹਨਾਂ ਨੂੰ ਤਰ੍ਹਾਂ ਦੇ ਲਾਲਚ ਦੇ ਕੇ, ਸਬਜ਼-ਬਾਗ ਦਿਖਾ ਕੇ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਤੇ ਸਫਲ ਵੀ ਹੋ ਰਿਹਾ ਲਗਾਤਾਰ। ਤੇ ਸੇਮ ਪੋਜੀਸ਼ਨ ਇਸ ਕੇਸ 'ਚ ਵੀ ਹੈ ਕਿ ਦਿੱਲੀ ਪੁਲਿਸ ਹੈ ਜਿਹੜੀ ਉਹ ਸ਼ੂਟਰਾਂ ਨੂੰ ਗ੍ਰਿਫਤਾਰ ਕਰਦੀ ਹੈ। ਮੂਸੇਵਾਲੇ ਕੇਸ 'ਚ ਵੀ, ਕੋਟਕਪੂਰਾ ਵਾਲੇ ਦੇ ਮਾਮਲੇ ਵਿੱਚ ਵੀ। ਤੇ ਲਗਾਤਾਰ ਹੈ ਜਿਹੜੀ ਪੰਜਾਬ ਪੁਲਿਸ ਹੱਥ ਮਲਦੀ ਰਹਿ ਜਾਂਦੀ ਹੈ ਤੇ ਜਿਹੜੀ ਦਿੱਲੀ ਦੀ ਪੁਲਿਸ ਹੈ ਉਹ ਸ਼ੂਟਰ ਫੜਦੇ। 2 ਹੀ ਘਟਨਾਵਾਂ ਨੂੰ ਅੰਜਾਮ ਗੋਲਡੀ ਬਰਾੜ ਹੈ ਜਿਹੜਾ ਬੜੀ ਚਲਾਕੀ ਦੇ ਨਾਲ ਦੇ ਰਿਹਾ ਤੇ ਲਗਾਤਾਰ ਕਾਮਯਾਬ ਵੀ ਹੋ ਰਿਹਾ, ਕਿਉਂਕਿ ਨਾਬਾਲਗ ਹੈ ਜਿਹੜੇ ਉਹ ਇਹਨਾਂ ਦੇ ਝਾਂਸੇ ਵਿੱਚ ਆ ਕੇ ਪੰਜਾਬ ਦੇ ਵਿੱਚ ਵਾਰਦਾਤਾਂ ਕਰ ਰਹੇ ਤੇ ਅਹਿਮ ਹੈ ਜਿਹੜੇ ਖੁਲਾਸੇ ਹੋ ਰਹੇ। ਬਿਲਕੁਲ ਬਿਲਕੁਲ ਬਲਦੇਵ, ਇਹ ਹੈਗਾ। ਔਰ ਮਨੋਜ, ਜਿਹੜੀ ਗੱਲ ਬਲਦੇਵ ਕਹਿ ਰਹੇ ਨੇ, ਨਾਬਾਲਗ ਨੂੰ ਉਸ ਦੇ ਵਿੱਚ ਇਨਵੋਲਵ ਕਰਨਾ, ਪੂਰੀ ਵਾਰਦਾਤ ਦੇ ਵਿੱਚ ਇਨਵੋਲਵ ਕਰਨਾ, ਨਾਬਾਲਗ ਨੂੰ ਇਨਵੋਲਵ ਕਰਨ ਦੇ ਪਿੱਛੇ ਸਾਈਕੀ ਕੀ ਹੈ? ਨਾਬਾਲਿਗ ਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਨਾਬਾਲਿਗ ਫੜਿਆ ਜਾਏਗਾ ਕਿਸੇ ਵੀ ਕ੍ਰਾਈਮ ਦੇ ਵਿੱਚ, ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਉਸ ਦਾ ਮਸਲਾ ਜਾਏਗਾ। ਮੈਕਸਿਮਮ ਸਜ਼ਾ ਜਿਹੜੀ ਹੈਗੀ 3 ਸਾਲ 4 ਸਾਲ, ਉਸ ਤੋਂ ਬਾਅਦ ਫਿਰ ਉਸਨੇ ਬਾਹਰ ਆ ਜਾਣਾ ਹੈ। ਕਿ ਇਹ ਇੱਕ ਸਾਈਕੀ ਹੈਗੀ ਹੈ ਗੈਂਗਸਟਰ ਦੀ ਕਿ 3 ਸਾਲ ਬਾਅਦ ਇਹ ਗੁਰਗਾ ਫਿਰ ਮੇਰਾ ਪਰਮਾਨੈਂਟ ਬਣ ਕੇ ਮੇਰੇ ਕੋਲ ਆਏਗਾ ਔਰ ਕੰਮ ਕਰੇਗਾ ਕਿਉਂਕਿ ਇਸਨੇ ਇੱਕ ਕਤਲ ਕਰ ਦਿੱਤਾ ਹੈ? ਜਾਂ ਦੂਜੀ ਗੱਲ, ਜਿਹੜਾ ਨਾਬਾਲਗ ਹੈਗਾ ਉਸ ਦਾ ਬ੍ਰੇਨ ਵਾਸ਼, ਉਸ ਨੂੰ ਇਹ ਕਹਿ ਕੇ ਕਿ ਤੁਹਾਡੇ ਨਾਲ ਇਸ ਤਰੀਕੇ ਹੋਇਆ, ਉਸ ਨੂੰ ਇਮੋਸ਼ਨਲੀ ਵਰਗਲਾ ਕੇ ਉਸ ਦਾ ਬ੍ਰੇਨ ਵਾਸ਼ ਕਰਕੇ ਔਰ ਉਸ ਨੂੰ ਤਿਆਰ ਕੀਤਾ ਜਾ ਸਕਦਾ ਹੈ ਈਜ਼ੀਲੀ। ਉਹ ਸੋਚੇਗਾ ਨਹੀਂ ਬਹੁਤਾ ਜ਼ਿਆਦਾ, ਉਹ ਐਕਸ਼ਨ ਦੇ ਵਿੱਚ ਯਕੀਨ ਰੱਖੇਗਾ ਕਿ ਇਹ ਮੋਡਸ ਆਪਰੈਂਡੀ ਹੈ ਕਿ ਗੈਂਗਸਟਰ ਦੀ। ਮਨੋਜ, ਬਿਲਕੁਲ ਗਗਨ, ਜਿਹੜੀ 2 ਤੁਸੀਂ ਜਾਣਕਾਰੀ ਦਿੱਤੀ ਹੈ ਸੇਮ, ਕਿਉਂਕਿ ਬੜੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਅਸੀਂ ਗੱਲਬਾਤ ਕਰਦੇ ਇਸ ਮੈਟਰ ਤੇ ਕਿ ਆਖਿਰ ਨਾਬਾਲਿਗ ਹੀ ਕਿਉਂ। ਇਹ ਜਿਹੜੀ ਵੀ ਚੀਜ਼ਾਂ ਆਪਾਂ ਵੇਖੀ ਹੈ, ਚਾਹੇ ਸਿੱਧੂ ਮੂਸੇਵਾਲਾ ਹੋਵੇ, ਅੰਕਿਤ ਸਿਰਸਾ 17 ਸਾਲ ਦਾ ਮੁੰਡਾ ਕਿਸ ਤਰ੍ਹਾਂ ਇਹ ਗੋਲੀਆਂ ਚਲਾ ਰਿਹਾ ਸੀ, ਕਿਸ ਤਰ੍ਹਾਂ ਫਾਇਰਿੰਗ ਕਰ ਰਿਹਾ ਸੀਗਾ ਔਰ ਕਿਸ ਤਰ੍ਹਾਂ ਉਹ ਵੀਡੀਓ ਵੀ ਤੁਸੀਂ ਵੇਖੀ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਕੀਤਾ। ਇਹ ਜਿਹੜਾ ਪ੍ਰਦੀਪ ਦਾ ਮਰਡਰ ਹੋਇਆ ਇਹਦੇ ਵਿੱਚ 16 ਸਾਲ ਦੇ ਮੁੰਡੇ ਜਿਹੜੇ ਹੈਗੇ ਰੋਹਤਕ ਦੇ ਰਹਿਣ ਵਾਲੇ, ਇਹ ਇਹਨਾਂ ਦੀ ਦੇਖੋ ਤੁਸੀਂ 2 ਚੀਜ਼ਾਂ ਨੇ ਬਹੁਤ ਅਹਿਮ, ਜਿਹੜੀ ਤੁਸੀਂ ਗੱਲ ਕੀਤੀ ਕਿ ਜੁਵਨਾਈਲ ਬੋਰਡ ਜਿਹੜਾ ਹੁੰਦਾ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀਂ ਹੁੰਦੀ। ਪਹਿਲੀ ਗੱਲ,
ਜੁਵੈਨਾਈਲ ਨਾਲ। ਉਸ ਤੋਂ ਇਲਾਵਾ ਜਿਹੜੀ ਸਜ਼ਾ ਜਿਹੜੀ ਹੈਗੀ ਉਹ ਬੜੀ ਘੱਟ ਹੈ। ਉਸ ਤੋਂ ਬਾਅਦ ਉਹ ਬਾਹਰ ਆ ਜਾਂਦੇ ਨੇ, ਉਹਨਾਂ ਦੀ ਕਾਉਂਸਲਿੰਗ ਹੁੰਦੀ ਹੈ, ਉਹਨਾਂ ਦੇ ਵਾਸਤੇ ਅਲੱਗ ਤੋਂ ਬੋਰਡ ਜਿਹੜਾ ਹੈ ਉਹ ਬੈਠਿਆ ਜਾਂਦਾ ਹੈ। ਬੜੇ ਤਰੀਕੇ ਨਾਲ ਜਿਹੜੇ ਵੀ ਕਾਨੂੰਨ ਬਣੇ ਹੋਏ ਨੇ, ਇਹਦੇ ਵਿੱਚ ਬਹੁਤ ਕਾਨੂੰਨ ਬਣੇ ਹੋਏ ਨੇ ਜੁਵੈਨਾਈਲ ਨੂੰ ਲੈ ਕੇ। ਗਗਨ, ਜਿਹੜੀ ਵੀ ਚੀਜ਼ਾਂ ਆਰਪੀਜੀ ਅਟੈਕ ਦਾ ਜਿਹੜਾ ਤੁਸੀਂ ਵੇਖੋ, ਨਾਬਾਲਿਗ ਇੱਕ ਬੋਰਡ ਬਣਿਆ, ਪੂਰੀ ਕਾਉਂਸਲਿੰਗ ਹੋਈ, ਉਸ ਤੋਂ ਬਾਅਦ ਲਗਾਤਾਰ ਜਿਹੜੀ ਹੈਗੀ ਹੈ ਬੋਰਡ ਨੇ ਬੜਾ ਤਰੀਕੇ ਨਾਲ ਜਿਹੜਾ ਵੀ ਪ੍ਰੋਟੋਕਾਲ ਹੁੰਦਾ ਉਸ ਹਿਸਾਬ ਨਾਲ ਕੰਮ ਕੀਤਾ। ਜੁਵੈਨਾਈਲ ਹੋਮ 'ਚ ਉਹਨੂੰ ਰੱਖਿਆ ਗਿਆ। ਇਹ ਸਾਰੀ ਚੀਜ਼ਾਂ ਦੇਖੀ ਜਾਂਦੀ ਹੈ। ਦੂਜਾ ਬਹੁਤ ਅਹਿਮ ਕਿ ਨਾਬਾਲਿਗ ਨੂੰ, ਕਿਉਂਕਿ ਮੈਚਿਓਰ ਨਹੀਂ ਹੁੰਦੇ, ਉਹਨਾਂ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਪ੍ਰੋਵੋਕ ਕੀਤਾ ਜਾਂਦਾ ਹੈ, ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ, ਪੈਸੇ ਦਾ ਲਾਲਚ। ਤੁਸੀਂ ਬਾਹਰ, ਤੁਹਾਨੂੰ ਵਿਦੇਸ਼ ਭੇਜ ਦਾਂਗੇ, ਤੁਸੀਂ ਐਸ਼ ਕਰੋਗੇ, ਤੁਹਾਨੂੰ ਗੱਡੀਆਂ ਦੇ ਦਾਂਗੇ, ਤੁਹਾਡੇ ਤੋਂ ਲੋਕ ਡਰਾਂਗੇ, ਤੁਸੀਂ ਆਪਣੀ ਧਾਕ ਰਮਾ ਕੇ ਰੱਖੋ। ਇਹ ਬਹੁਤ ਚੀਜ਼ਾਂ ਆਈਆਂ, ਇਹ ਸਟੱਡੀ 'ਚ ਚੀਜ਼ਾਂ ਸਾਹਮਣੇ ਆਈਆਂ, ਜਿਹੜੇ ਸੀਨੀਅਰ ਅਧਿਕਾਰੀ ਵੀ ਦੱਸਦੇ ਹਨ, ਕਿਉਂਕਿ ਇਹ ਪੁੱਛਗਿੱਛ 'ਚ ਸਾਹਮਣੇ ਚੀਜ਼ਾਂ ਆ ਚੁੱਕੀਆਂ। ਇਹ ਨਾਬਾਲਿਗ ਤੋਂ ਜਿਹੜੀ ਗੱਲਬਾਤ ਹੁੰਦੀ ਹੈ, ਜਿਹੜੇ ਕਾਬੂ ਕੀਤੇ ਜਾਂਦੇ ਨੇ, ਜਿਹੜੇ ਵੀ ਕਾਬੂ ਕੀਤੇ ਗਏ ਨੇ ਪਿਛਲੇ ਦਿਨਾਂ, ਉਹਨਾਂ ਤੋਂ ਇਹ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ। ਇਹ ਖੁਲਾਸਾ ਇਹਦੇ ਵਿੱਚ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਾਨੂੰ ਪ੍ਰੋਵੋਕ ਕੀਤਾ ਜਾਂਦਾ ਹੈ, ਸਾਡਾ ਕਿਸ ਤਰ੍ਹਾਂ ਬ੍ਰੇਨ ਵਾਸ਼ ਕੀਤਾ ਜਾਂਦਾ ਹੈ, ਸਾਨੂੰ ਕਿਸ ਤਰ੍ਹਾਂ ਲਾਲਚ ਦਿੱਤਾ ਜਾਂਦਾ ਹੈ ਕਿ ਤੁਸੀਂ ਪੈਸੇ 'ਚ ਖੇਲੋਗੇ। ਕਿਉਂਕਿ ਜਿਹੜੇ ਵੀ ਨਾਬਾਲਿਗ ਨੇ ਇਹ ਪੜ੍ਹੇ ਲਿਖੇ ਜ਼ਿਆਦਾ ਨਹੀਂ ਹੁੰਦੇ, ਜਾਂ ਫਿਰ ਇਹ ਬੇਰੁਜ਼ਗਾਰ ਹੁੰਦੇ, ਫੈਮਿਲੀ ਬੈਕਗ੍ਰਾਉਂਡ ਤੋਂ ਇਹ ਚੰਗੇ ਨਹੀਂ ਹੁੰਦੇ, ਫੈਮਿਲੀ ਕਾਫੀ ਇਹਨਾਂ ਦੀ ਪੂਅਰ ਹੁੰਦੀ ਹੈ। ਇਹ ਇਸ ਤਰ੍ਹਾਂ ਦੇ ਜਿਹੜੇ ਨਾਬਾਲਿਗ ਨੇ ਉਹਨਾਂ ਨੂੰ ਇਹ ਪ੍ਰੋਵੋਕ ਕਰਦੇ, ਉਹਨਾਂ ਨੂੰ ਆਪਣੇ ਲਾਰੇ 'ਚ ਲਾਉਂਦੇ ਨੇ। ਇਹ ਬੰਦਿਆਂ ਦੀ ਆਪਣੇ ਦੇ ਡਿਊਟੀ ਲਾਉਂਦੇ ਕਿ ਇਹਨਾਂ ਨੂੰ ਸਾਡੇ ਨਾਲ ਮਿਲਾਓ, ਇਹਨਾਂ ਤੋਂ ਵਾਰਦਾਤ ਕਰਾਓ, ਉਹਨਾਂ ਨੂੰ ਪੈਸੇ ਦਾ ਲਾਲਚ ਦਿਓ। ਔਰ ਇਹੀ ਕਾਰਨ ਹੈ ਗਗਨ, ਖੁਦ ਇਹ ਸੀਨੀਅਰ ਅਫਸਰ ਮੰਨਦੇ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਉਹਨਾਂ ਤੋਂ ਜਿਹੜੀ ਗੱਲਬਾਤ ਹੋਈ ਹੈ, ਨਾਬਾਲਿਗ ਜਿਹੜੇ ਕਾਬੂ ਇਹਨਾਂ ਨੇ ਕੀਤੇ, ਉਹਨਾਂ ਤੋਂ ਗੱਲਬਾਤ 'ਚ ਇਹ ਚੀਜ਼ਾਂ ਨਿਕਲੀਆਂ ਸਾਹਮਣੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ, ਕਿਉਂਕਿ ਮੈਚਿਓਰਟੀ ਨਹੀਂ ਹੁੰਦੀ ਹੈ ਔਰ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ। ਜਿੱਦਾਂ ਨਾਬਾਲਿਗ ਨੇ ਵੀ ਕਿਹਾ ਸੀਗਾ ਕਿ ਮੈਨੂੰ ਨਹੀਂ ਪਤਾ ਸੀਗਾ ਕਿ ਆਰਪੀਜੀ ਅਟੈਕ ਦੇ ਨਾਬਾਲਿਗ ਨੇ ਗੱਲ ਕਹੀ ਸੀ ਕਿ ਮੈਨੂੰ ਨਹੀਂ ਪਤਾ ਸੀਗਾ ਕਿ ਇੰਨੀ ਵੱਡੀ ਬਿਲਡਿੰਗ ਤੇ ਹਮਲਾ ਕਰਨਾ ਹੈ, ਮੈਨੂੰ ਕਿਹਾ ਸੀਗਾ ਕਿ ਫਲੈਟ ਤੇ ਹਮਲਾ ਕਰਨਾ ਹੈ। ਯਾਨੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਉਹ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇਹ ਬਹੁਤ ਸਾਰੀ ਚੀਜ਼ਾਂ ਨੇ। ਹੁਣ ਦੇਖੋ ਤੁਸੀਂ, ਪ੍ਰਦੀਪ ਦੇ ਮਰਡਰ ਮਾਮਲੇ 'ਚ ਜਿਹੜੀ CCTV ਫੁਟੇਜ ਆਈ ਹੈ, ਜਿਹੜੀ ਉਹਨਾਂ ਦੀ ਤਸਵੀਰਾਂ ਆਈਆਂ, ਉਹ ਕਿਸ ਤਰ੍ਹਾਂ ਹੈਰਾਨ ਕਰ ਦੇਣੇ ਵਾਲੀ ਗੱਲ ਹੈ ਕਿ 60 ਫਾਇਰ ਕਿਤੇ। ਮੈਂ ਉਸੇ ਸਵਾਲ ਤੇ ਆ ਰਿਹਾ ਸੀਗਾ ਮਨੋਜ, ਮੈਂ ਉਸੇ ਸਵਾਲ ਤੇ ਆ ਰਿਹਾ। ਜਤਿੰਦਰ ਜੀਤੂ ਦੀ ਜਿਹੜੀ ਤਸਵੀਰ ਆਈ ਹੈ ਮਨੋਜ ਜਤਿੰਦਰ ਜੀਤੂ ਦੀ ਜਿਹੜੀ ਤਸਵੀਰ ਆਈ ਹੈ, ਜਤਿੰਦਰ ਦਾ ਆਊਟਲੁੱਕ ਜਿਹੜਾ ਨਜ਼ਰ ਆ ਰਿਹਾ ਉਸ ਤਸਵੀਰ ਦੇ ਵਿੱਚ, ਜਤਿੰਦਰ ਜ਼ਾਹਿਰ ਤੌਰ ਤੇ ਉਸ ਮਜ਼ਹਬ ਨੂੰ, ਉਸ ਰਿਲੀਜਨ ਨੂੰ ਬਿਲੋਂਗ ਨਹੀਂ ਕਰਦਾ ਜਿਹੜਾ ਆਊਟਲੁੱਕ ਜਤਿੰਦਰ ਦਾ ਦਿਖਾਇਆ ਗਿਆ ਹੈ ਜਾਂ ਬਣਾਇਆ ਗਿਆ ਉਸ ਤਸਵੀਰ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਹੈ। ਯਾਨੀ ਇਸ ਮਰਡਰ ਤੋਂ ਪਹਿਲਾਂ ਜਿਸ ਤਰੀਕੇ ਦਾ ਆਊਟਲੁੱਕ ਜਤਿੰਦਰ ਦਾ ਬਣਾਇਆ ਗਿਆ, ਉਸ ਦੇ ਸਿਰ ਤੇ ਜਿਸ ਤਰੀਕੇ ਦੀ ਚਿੱਟੇ ਰੰਗ ਦੀ ਟੋਪੀ ਹੈਗੀ ਹੈ, ਉਹ ਇੱਕ ਖਾਸ ਮਜ਼ਹਬ ਦੇ ਲੋਕ ਜਿਹੜਾ ਹੈਗਾ ਉਹ ਪਾਉਂਦੇ ਨੇ। ਉਸ ਦਾ ਦਾੜੀ ਦਾ ਸਟਾਈਲ ਜਿਹੜਾ ਹੈਗਾ ਉਹ ਇੱਕ ਖਾਸ ਮਜ਼ਹਬ ਦੇ ਲੋਕਾਂ ਦੀ ਆਊਟਲੁੱਕ ਦੇ ਵਿੱਚ ਆਉਂਦਾ ਹੈ। ਕਿ ਇਸ ਮਰਡਰ ਦੇ ਵਿੱਚ, ਡੇਰਾ ਪ੍ਰੇਮੀ ਦੇ ਮਰਡਰ ਦੇ ਰਾਹੀਂ ਕਿਤੇ ਨਾ ਕਿਤੇ ਕੋਸ਼ਿਸ਼ ਇਹ ਵੀ ਸੀਗੀ ਕਿ ਫਿਰਕੂ ਜਿਹੜਾ ਇੱਕ ਭਾਈਚਾਰਾ ਹੈਗਾ ਉਸ ਨੂੰ, ਭਾਈਚਾਰਕ ਸਾਂਝ ਨੂੰ ਵੀ ਸਿੱਧੇ ਤੌਰ ਤੇ ਸੱਟ ਮਾਰੀ ਜਾਵੇ। ਇੱਕ ਪਾਸੇ ਗੋਲਡੀ ਬਰਾੜ ਕਹਿੰਦਾ ਹੈ ਕਿ ਹਿੰਦੂ ਸਿੱਖ ਸਾਰੇ ਜਿਹੜਾ ਹੈਗਾ ਸਾਡੇ ਭਰਾ ਨੇ, ਦੂਜੇ ਪਾਸੇ ਇਸ ਤਰੀਕੇ ਮਰਡਰ ਦੀ ਸਾਜ਼ਿਸ਼ ਕਰਨਾ ਕਿ ਉਸ ਨੂੰ ਤਸਵੀਰ ਨੂੰ ਦੇਖ ਕੇ ਲੋਕ ਭੜਕ ਜਾਣ ਕਿ ਇਸ ਸ਼ਖਸ ਨੇ, ਇੱਕ ਪਾਰਟਿਕੂਲਰ ਮਜ਼ਹਬ ਦੇ ਸ਼ਖਸ ਨੇ ਇਸ ਬੰਦੇ ਦਾ ਕਤਲ ਕੀਤਾ। ਹਾਲਾਂਕਿ ਉਹ ਸੱਚ ਨਹੀਂ ਹੈ, ਪਰ ਉਸ ਨੂੰ ਦਿਖਾਇਆ ਇਸ ਤਰੀਕੇ ਗਿਆ, ਉਸ ਨੂੰ ਤਿਆਰ ਇਸ ਤਰੀਕੇ ਕੀਤਾ ਗਿਆ ਕਿ ਉਹ ਪੁਆਇੰਟ ਵੀ ਹੈਗਾ ਕਿਤੇ ਨਾ ਕਿਤੇ। ਦੇਖੋ ਗਗਨ, ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਬਹੁਤ ਅਹਿਮ ਜਿਹੜੀ ਹੈਗੀ ਇਹ ਗੱਲ ਹੈ। ਇਹਦੇ ਵਿੱਚ ਜਿਹੜੀ ਲਗਾਤਾਰ ਸਾਡੇ ਸੋਰਸਿਸ ਨਾਲ ਗੱਲਬਾਤ ਹੋ ਰਹੀ ਹੈ ਕਿ ਇਹ ਇਹਨਾਂ ਦੀ ਪਲੈਨਿੰਗ ਦਾ ਹਿੱਸਾ ਹੁੰਦਾ ਹੈ। ਇਹਨਾਂ ਦੇ ਜਿਹੜਾ ਪਹਿਰਾਵਾ, ਇਹਨਾਂ ਦੀ ਜਿਹੜੀ ਕੈਪ ਪਾਣਾ ਜਾਂ ਫਿਰ ਉੱਪਰੋਂ ਜਿਹੜਾ ਰੁਮਾਲ ਜਿਹੜਾ ਹੈਗਾ ਉਹ ਬੰਨ ਲੈਣਾ, ਜਾਂ ਫਿਰ ਫੇਸ ਤੇ ਥੋੜੀ ਜੀ ਦਾੜੀ ਰੱਖਣਾ, ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੇਵ ਕਰਾ ਲੈਣਾ, ਇਹ ਸਾਰਾ ਪਲੈਨਿੰਗ ਦਾ ਹਿੱਸਾ ਹੁੰਦਾ ਹੈ। ਇਹ ਪਲੈਨਿੰਗ ਦਾ ਹਿੱਸਾ ਹੁੰਦਾ ਹੈ ਕਿ ਤੁਹਾਡਾ ਪਹਿਰਾਵਾ ਕਿਸ ਤਰ੍ਹਾਂ ਦਾ ਹੋਏਗਾ। ਕਈ ਵਾਰੀ ਫੇਸ ਕਵਰ ਕਰਦੇ ਆ, ਕਈ ਵਾਰੀ ਤੁਹਾਡਾ ਪਹਿਰਾਵਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਤੁਹਾਨੂੰ ਜਿਹੜਾ ਹੈਗਾ, ਕਿਉਂਕਿ ਤੁਸੀਂ ਵੇਖੋ ਕਿ ਕੱਲ ਜਿਹੜੀ ਦਿੱਲੀ ਦੀ ਸਪੈਸ਼ਲ ਸੈੱਲ ਨੇ ਉਹਨੂੰ ਫੜਿਆ ਤਾਂ ਉਹਦਾ ਪੂਰਾ ਹੁਲੀਆ ਜਿਹੜਾ ਹੈ ਉਹ ਚੇਂਜ ਸੀਗਾ। ਯਾਨੀ ਕਿ ਪੂਰਾ ਹੁਲੀਆ ਉਹਦਾ ਚੇਂਜ ਸੀਗਾ। ਜਦ ਇਹਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਹਦਾ ਹੁਲੀਆ ਉਹਨੇ ਚੇਂਜ ਕੀਤਾ ਹੋਇਆ ਸੀ, ਇਸ ਤਰ੍ਹਾਂ ਕਿ ਕੋਈ ਜ਼ਿਆਦਾ ਪਹਿਚਾਨ ਨਾ ਪਾਏ। ਯਾਨੀ ਕਿ ਪੂਰਾ ਜਿਹੜਾ ਹੈਗਾ ਕਵਰ ਕੀਤਾ ਹੋਇਆ ਸੀ ਰੁਮਾਲ ਤੋਂ, ਇੱਕ ਛੋਟੀ ਜਿਹੀ ਜਿਹੜੀ ਦਾੜੀ ਰੱਖੀ ਹੋਈ ਸੀ। ਲੇਕਿਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨੇ ਸਾਰਾ ਕਲੀਨ ਸ਼ੇਵ ਹੋ ਗਿਆ ਸੀਗਾ। ਯਾਨੀ ਕਿ ਕਹਿਣ ਦਾ ਮੀਨਸ ਇਹ ਹੈ ਕਿ ਜਿਹੜੀ ਪੁੱਛਗਿੱਛ ਸਾਹਮਣੇ ਚੀਜ਼ਾਂ ਆਉਂਦੀ ਹੈ ਕਿ ਉਹ ਇਹ ਦੱਸਦੇ ਆ ਕਿ ਸਾਡਾ ਜਿਹੜਾ ਕੋਸ਼ਿਸ਼ ਹੁੰਦੀ ਹੈ, ਪਲੈਨਿੰਗ ਦੇ ਤਹਿਤ ਇਹ ਚੀਜ਼ਾਂ ਹੁੰਦੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਪਹਿਰਾਵਾ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ। ਸਿੱਧੂ ਮੂਸੇਵਾਲੇ ਮਰਡਰ 'ਚ ਕੀ ਹੋਇਆ, ਇਹਨਾਂ ਕੋਲੋਂ ਸਭ ਕੋਲ ਪੰਜਾਬ ਪੁਲਿਸ ਦੀ ਵਰਦੀ ਮਿਲੀ ਸੀ, ਯੂਨੀਫਾਰਮ ਜਿਹੜੀ ਹੈ ਉਹ ਬਰਾਮਦ ਹੋਈ ਸੀ, ਯੂਨੀਫਾਰਮ ਬਰਾਮਦ ਹੋਈ ਸੀ, ਬੈਚਸ ਬਰਾਮਦ ਹੋਈ ਸੀ। ਤੇ ਇਹ ਵੀ ਇਹਨਾਂ ਨੇ ਮੰਨਿਆ ਸੀਗਾ ਕਿ ਰਾਤ ਨੂੰ ਜਦ ਇਹਨਾਂ ਨੇ ਬਾਰਡਰ ਕ੍ਰਾਸ ਕੀਤਾ ਹੈ
ਤਾਂ ਇਹਨਾਂ ਨੇ ਵਰਦੀ ਵੀ ਪਾਈ ਹੋਈ ਸੀ। ਵਰਦੀ ਪਾ ਕੇ ਇਹਨਾਂ ਨੇ ਪੂਰੀ ਆਪਣਾ ਜਿਹੜਾ ਹੁਲੀਆ ਹੈ ਉਹ ਵੀ ਚੇਂਜ ਕੀਤਾ ਗਿਆ ਸੀਗਾ। ਜਦ ਇਹਨਾਂ ਨੂੰ ਫੜਿਆ ਤਾਂ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਕਈ ਵਾਰ ਆਪਣਾ ਹੁਲੀਆ ਚੇਂਜ ਕੀਤਾ, ਕਈ ਵਾਰ ਅਸੀਂ ਜਿਹੜੀ ਹੈਗੀ ਉਹ ਉੱਪਰ ਟਰਬਨ ਵੀ ਬੰਦੀ ਹੈ, ਕਈ ਵਾਰੀ ਅਸੀਂ ਪੁਲਿਸ ਦੀ ਯੂਨੀਫਾਰਮ ਵੀ ਪਾਈ ਹੈ, ਕਿਉਂਕਿ ਇਹਨਾਂ ਦੀ ਜਿਹੜੀ ਪਲੈਨਿੰਗ ਹੁੰਦੀ ਹੈ ਇਹ ਪਲੈਨਿੰਗ ਦਾ ਹਿੱਸਾ ਹੁੰਦਾ ਹੈ। ਗਗਨ, ਇਹ ਪਲੈਨਿੰਗ ਦਾ ਹਿੱਸਾ ਹੁੰਦਾ ਹੈ ਕਿ ਜੇਕਰ ਤੁਸੀਂ ਬਾਈਕ ਤੇ ਜਾ ਰਹੇ ਹੋ, ਫਰਜ਼ੀ ਨੰਬਰ ਪਾ ਕੇ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਅੱਗੇ 10-15 ਕਿਲੋਮੀਟਰ ਬਾਈਕ ਛੱਡ ਕੇ ਤੇ ਅੱਗੇ ਪਬਲਿਕ ਹੈਗਾ ਔਰ ਇਹ ਆਪਣੇ ਆਪ ਵਿੱਚ ਬੜਾ ਬਿਲਕੁਲ ਮਨੋਜ ਇਹੀ ਵੱਡਾ ਸਵਾਲ ਹੈ। ਇਹੀ ਵੱਡਾ ਸਵਾਲ ਹੈ ਕਿ ਪੁਲਿਸ ਇਸ ਤਰੀਕੇ ਦੇ ਹਾਲਾਤ ਦੇ ਨਾਲ ਨਜਿੱਠੇਗੀ ਕਿਵੇਂ, ਕਿਉਂਕਿ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਔਰ ਲਗਾਤਾਰ ਮੋਡਸ ਆਪਰੈਂਡੀ ਸੇਮ ਨਜ਼ਰ ਆ ਰਹੀ ਹੈ। ਬਹੁਤ ਸ਼ੁਕਰੀਆ ਮਨੋਜ ਇਸ तमाम ਗੱਲਬਾਤ ਦੇ ਲਈ। ਮਨੋਜ ਰਾਠੀ ਮੇਰੇ ਸਹਿਯੋਗੀ ਤੇ ਬਲਦੇਵ ਸ਼ਰਮਾ ਮੇਰੇ ਸਹਿਯੋਗੀ ਦੋਵੇਂ ਗੱਲਬਾਤ ਕਰ ਰਹੇ ਸੀ ਕਿ ਬਲਦੇਵ ਤੁਹਾਡਾ ਵੀ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਅਪਡੇਟ ਦੇਣ ਦੇ ਲਈ ਤੇ ਕਿਵੇਂ ਦੋ ਕਤਲ ਦਾ ਫਾਰਮੂਲਾ ਇੱਕ ਰਿਹਾ ਹੈ ਔਰ ਕਿਸ ਤਰੀਕੇ ਦੋ ਕਤਲ ਦੇ ਇੱਕ ਫਾਰਮੂਲੇ ਦੇ ਰਾਹੀਂ ਜਿਹੜਾ ਹੈਗਾ ਗੋਲਡੀ ਬਰਾੜ ਨੇ ਦੋ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ।